ਜਦੋਂ ਇੱਕ ਵੱਡੇ ਸਿੰਗਰ ਦੀ ਰੇਕੀ ਕੀਤੀ ਜਾਵੇ ਪਰ ਮਨਕੀਰਤ ਔਲਖ ਦੇ ਨਾਲ ਜੁੜੀ ਹੋਈ ਹੈ ਇਸ ਸਮੇਂ ਦੀ ਵੱਡੀ ਖਬਰ ਉਸ ਦੇ ਨਾਲ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪੰਜਾਬੀ ਗਾਇਕ ਮਨਕੀਰਤ ਔਲਖ ਦੀ ਰੇਕੀ ਕੀਤੀ ਗਈ ਹੈ। ਰਾਤ ਕਰੀਬ 1:45 ਵਜੇ ਗੱਡੀਆਂ ਦਾ ਪਿੱਛਾ ਹੋਇਆ। 3 ਸ਼ੱਕੀ ਬਾਈਕ ਸਵਾਰ ਗੱਡੀ ਦਾ ਪਿੱਛਾ ਕਰ ਰਹੇ ਸੀ। ਮਨਕੀਰਤ ਦੇ ਗਨਮੈਨ ਨੂੰ ਦੇਖ ਕੇ ਇਹ ਬਾਈਕ ਸਵਾਰ ਜਿਹੜੇ ਸ਼ੱਕੀ ਸੀ ਉਹ ਫਰਾਰ ਹੋ ਗਏ। ਮਨਕੀਰਤ ਦੀ ਸੁਸਾਇਟੀ ਦੇ ਗੇਟ ਤੱਕ ਸ਼ੱਕੀ ਨੌਜਵਾਨ ਮਨਕੀਰਤ ਦਾ ਇਹ ਪਿੱਛਾ ਕਰ ਰਹੇ ਸੀ। ਮਨਕੀਰਤ ਦੇ ਉੱਤੇ ਜਾਂ ਅਟੈਕ ਕਰਨਾ ਸੀ। ਆਖਿਰ ਵਜ੍ਹਾ ਕੀ ਸੀ? ਮਨਕੀਰਤ ਦੀ ਗੱਡੀ ਦਾ ਪਿੱਛਾ ਕਿਉਂ ਕੀਤਾ ਜਾ ਰਿਹਾ ਸੀ? ਤੇ 13 ਤਰੀਕ ਦੀ ਯਾਨੀ ਕਿ ਅੱਜ ਦੀ ਹੀ ਤਸਵੀਰ ਹੈ। ਰਾਤ 12:45 ਦੀ 12 ਵਜੇ ਤੋਂ ਬਾਅਦ 13 ਤਰੀਕ ਸ਼ੁਰੂ ਹੋ ਗਈ ਤਾਂ 12:45 ਦੀ ਯਾਨੀ 1:45 ਵਜੇ ਦੀ ਇਹ ਤਸਵੀਰ ਹੈ। 3 ਸ਼ੱਕੀ ਬਾਈਕ ਦੇ ਉੱਤੇ ਨਜ਼ਰ ਆਉਂਦੇ ਨੇ ਔਰ ਮਨਕੀਰਤ ਔਲਖ ਦੀ ਗੱਡੀ ਦਾ ਪਿੱਛਾ ਕਰ ਰਹੇ ਸੀ। ਇਹ ਬਾਈਕ ਦੇ ਉੱਤੇ ਸਵਾਰ ਹੋ ਕੇ ਗੱਡੀ ਦਾ ਪਿੱਛਾ ਕਰਦੇ ਕਰਦੇ ਉੱਥੇ ਤੱਕ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਜਿਸ ਸੁਸਾਇਟੀ ਦੇ ਵਿੱਚ ਮਨਕੀਰਤ ਔਲਖ ਰਹਿੰਦੇ ਨੇ ਉਸ ਸੁਸਾਇਟੀ ਦੇ ਵਿੱਚ ਉਹਨਾਂ ਦੀ ਗੱਡੀ ਤਾਂ ਐਂਟਰ ਕਰ ਗਈ। ਬਾਈਕ ਸਵਾਰ ਉਸਦੇ ਪਿੱਛੇ ਪਿੱਛੇ ਉੱਥੇ ਪਹੁੰਚ ਗਏ। ਗੱਡੀ ਆ ਕੇ ਰੁਕ ਰਹੀ ਹੈ। ਤੁਸੀਂ ਦੇਖੋ ਪਿਛਲੇ ਪਾਸੇ ਤਸਵੀਰਾਂ ਦੇ ਵਿੱਚ ਇੱਕ ਬਾਈਕ ਹੈ। ਬਾਈਕ ਦੇ ਉੱਤੇ 3 ਨੌਜਵਾਨ ਨੇ ਮੂੰਹ ਬੰਨਿਆ ਹੋਇਆ ਹੈ ਤੇ ਉੱਥੋਂ ਹੀ ਫਿਰ ਯੂ ਟਰਨ ਲੈਂਦੇ ਨੇ ਵਾਪਸ ਜਾਣ ਦੇ ਲਈ। ਇਹ ਨਹੀਂ ਕਿ ਅੱਗੇ ਚਲੇ ਗਏ, ਉੱਥੋਂ ਹੀ ਯੂ ਟਰਨ ਲੈ ਕੇ ਫਿਰ ਵਾਪਸ ਚਲੇ ਜਾਂਦੇ। ਰੇਕੀ ਕੀਤੀ ਗਈ ਹੈ ਮਨਕੀਰਤ ਔਲਖ ਦੀ ਜਾਂ ਫਿਰ ਮਨਕੀਰਤ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਲੈ ਕੇ ਉਹਨਾਂ ਦਾ ਪਿੱਛਾ ਕਰ ਰਹੇ ਸੀ ਜਾਂ ਫਿਰ ਮਨਕੀਰਤ ਦੇ ਕੋਈ ਫੈਨ ਸੀ। ਜੇਕਰ ਮਨਕੀਰਤ ਦੇ ਕੋਈ ਫੈਨ ਸੀ ਤਾਂ ਰਾਤ ਨੂੰ 1:45 ਵਜੇ ਉਹਨਾਂ ਦਾ ਪਿੱਛਾ ਕਿਉਂ ਕਰ ਰਹੇ ਸੀ? ਇਹ ਸਵਾਲ ਹੈ। ਇਸ ਕਰਕੇ ਇਹ ਜਿਹੜੀ ਪ੍ਰਸ਼ੰਸਕ ਹੋਣ ਵਾਲੀ ਇੱਕ ਥਿਊਰੀ ਹੈ ਉਸ ਨੂੰ ਤਾਂ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ तो ਥਿਊਰੀ ਦੇ ਉੱਤੇ ਤਾਂ ਜ਼ਿਆਦਾ ਇਸ ਸਮੇਂ ਕੋਈ ਦਮ ਨਜ਼ਰ ਨਹੀਂ ਆ ਰਿਹਾ। ਤਾਂ ਸਿੱਧੇ ਤੌਰ ਦੇ ਉੱਤੇ ਮਨਕੀਰਤ ਔਲਖ ਦੇ ਪਿੱਛੇ ਇਹ ਕਿਸੇ ਨਾ ਕਿਸੇ ਤੁਸੀਂ ਕਹਿ ਸਕਦੇ ਹੋ ਕਿ ਹੋਰ ਮਨਸ਼ਾ ਦੇ ਨਾਲ ਪਏ ਹੋਏ ਸੀ ਗੱਡੀ ਦੇ ਮਗਰ। ਔਰ ਕਿਉਂਕਿ ਸਿਕਿਉਰਿਟੀ ਮਿਲੀ ਹੋਈ ਹੈ ਇਸ ਸਮੇਂ ਸਿਕਿਉਰਿਟੀ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੀ ਹੈ। ਮਨਕੀਰਤ ਔਲਖ ਦੀ ਗੱਡੀ ਜਿਵੇਂ ਐਂਟਰ ਕਰਦੀ ਹੈ ਸੁਸਾਇਟੀ ਦੇ ਵਿੱਚ ਤਾਂ ਪਿੱਛੇ ਬਾਈਕ ਦੇ ਉੱਤੇ ਜਿਹੜੇ ਸਵਾਰ ਹੋ ਕੇ ਆਏ ਸੀ ਉਹ ਵੀ ਤਸਵੀਰਾਂ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਯੂ ਟਰਨ ਲੈ ਕੇ ਫਿਰ ਉੱਥੋਂ ਗਏ ਨੇ। ਬਾਈਕ ਦੇ ਉੱਤੇ ਜਿਹੜੇ ਸਵਾਰ ਸੀ ਉਹਨਾਂ ਨੂੰ ਪਿੱਛੇ ਤੋਂ ਦੇਖਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਗਨਮੈਨ ਸੀ ਉਹ ਵੀ ਅੱਗੇ ਆ ਭੱਜਣ ਦੀ ਕੋਸ਼ਿਸ਼ ਜਾਂ ਕਹੀਏ ਕਿ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਸਮੇਂ ਤੱਕ ਇਹ ਬਾਈਕ ਸਵਾਰ ਉੱਥੋਂ ਫਰਾਰ ਹੋ ਗਏ ਸੀ। ਲਾਜ਼ਮੀ ਤੌਰ ਤੇ ਪੁਲਿਸ ਜਾਂਚ ਕਰੇਗੀ ਕਿ ਆਖਿਰ ਉੱਥੇ ਕੀ ਕੁਝ ਹੋਇਆ, ਕਿਉਂ ਇਹ ਪਿੱਛੇ ਆ ਰਹੇ ਸੀ, ਕੌਣ ਸੀ, ਕਿਹੜੀ ਬਾਈਕ ਸੀ, ਬਾਈਕ ਦਾ ਨੰਬਰ ਕੀ ਸੀ, ਕਿੱਥੋਂ ਆਏ ਸੀ, ਕਿੱਥੋਂ ਪਿੱਛਾ ਕਰ ਰਹੇ ਸੀ। ਕਿਉਂਕਿ ਸੀਸੀਟੀਵੀ ਅੱਜ ਵੱਖ-ਵੱਖ ਥਾਵਾਂ ਦੇ ਉੱਤੇ ਅੱਜ ਦੇ ਦੌਰ ਦੇ ਵਿੱਚ ਹੁੰਦੇ ਨੇ ਇਸ ਕਰਕੇ ਉਹ ਵੀ ਇੱਕ ਮੁਮਕਿਨ ਗੱਲ ਹੈ ਕਿ ਪੁਲਿਸ ਉਸ ਗੱਲ ਦਾ ਵੀ ਪਤਾ ਲਗਾ ਸਕੇ। ਤਾਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਨਕੀਰਤ ਔਲਖ ਦੀਆਂ। ਮਨਕੀਰਤ ਔਲਖ ਦੀ ਗੱਡੀ ਤੇ ਗੱਡੀ ਦੇ ਪਿੱਛੇ ਬਾਈਕ ਦੇ ਉੱਤੇ 3 ਨੌਜਵਾਨ ਉਹਨਾਂ ਦੇ ਮੂੰਹ ਬੰਨੇ ਹੋਏ ਨੇ ਔਰ ਰੇਕੀ ਕਰ ਰਹੇ ਸੀ ਜਾਂ ਪਿੱਛਾ ਕਰ ਰਹੇ ਸੀ ਮਨਕੀਰਤ ਔਲਖ ਦਾ। ਇਹ ਦੋਵੇਂ ਚੀਜ਼ਾਂ ਨੇ। ਪਿੱਛਾ ਤਾਂ ਹੋ ਰਿਹਾ ਸੀ, ਇਹ ਰੇਕੀ ਕਰਨਾ ਚਾਹੁੰਦੇ ਸੀ ਜਾਂ ਫਿਰ ਮਨਕੀਰਤ ਔਲਖ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਸੀ, ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਸੀ। ਆਖਿਰ ਵਜ੍ਹਾ ਕੀ ਸੀ? ਕਿਉਂਕਿ ਗੱਡੀ ਅੱਗੇ ਵੱਧ ਰਹੀ ਸੀ ਤੇ ਉਸ ਤੋਂ ਬਾਅਦ ਗੱਡੀ ਦੇ ਵਿੱਚ ਸਵਾਰ ਮਨਕੀਰਤ ਔਲਖ ਜਾਂ ਫਿਰ ਜਿਹੜੇ ਉਹਨਾਂ ਦੇ ਹੋਰ ਸਾਥੀ ਤੇ ਗਨਮੈਨ ਨਾਲ ਸੀ ਉਹਨਾਂ ਨੇ ਦੇਖਿਆ ਹੋਵੇਗਾ ਕਿ ਕੋਈ ਨਾ ਕੋਈ ਤਾਂ ਪਿੱਛੇ ਹੈ। ਖੈਰ ਉਸ ਤੋਂ ਬਾਅਦ ਗਨਮੈਨ ਵੀ ਬਾਹਰ ਜਾਂਦਾ ਹੈ। ਉਸ ਤੋਂ ਬਾਅਦ ਮਨਕੀਰਤ ਦੇ ਜਿਹੜੇ ਨਾਲ ਹੋਰ ਸਾਥੀ ਸੀ ਉਹ ਵੀ ਗੱਡੀ ਤੋਂ ਉਤਰ ਕੇ ਸੁਸਾਇਟੀ ਦੇ ਗੇਟ ਤੱਕ ਜਾਂਦੇ ਨੇ ਕਿ ਆਖਿਰ ਕੌਣ ਹੈ ਜੋ ਮਨਕੀਰਤ ਦਾ ਪਿੱਛਾ ਕਰ ਰਹੇ ਸੀ। ਉਹ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਸਮੇਂ ਤੱਕ ਇਹ ਬਾਈਕ ਸਵਾਰ ਉੱਥੋਂ ਯੂ ਟਰਨ ਮਾਰਦੇ ਨੇ ਔਰ ਪੁੱਠੇ ਪੈਰੀ ਮੁੜ ਜਾਂਦੇ ਨੇ। ਮਨਕੀਰਤ ਔਲਖ ਪੰਜਾਬ ਦੀ ਇੰਡਸਟਰੀ ਦਾ ਇੱਕ ਬਹੁਤ ਵੱਡਾ ਨਾਮ ਹੈ ਔਰ ਇੱਕ ਤੋਂ ਬਾਅਦ ਇੱਕ ਕਈ ਹਿੱਟ ਗਾਣੇ ਮਨਕੀਰਤ ਔਲਖ ਦੇ ਹਰ ਕਿਸੇ ਦੇ ਜ਼ੁਬਾਨ ਦੇ ਉੱਤੇ ਰਹਿੰਦੇ ਨੇ ਔਰ ਮਨਕੀਰਤ ਔਲਖ ਖੂਬ ਚਰਚਾ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੀ ਰਹੇ ਨੇ ਔਰ ਗੈਂਗ ਦੀਆਂ ਧਮਕੀਆਂ ਖਾਸ ਤੌਰ ਤੇ ਬੰਬੀਹਾ ਗੈਂਗ ਦੀਆਂ ਧਮਕੀਆਂ ਮਨਕੀਰਤ ਔਲਖ ਦੇ ਨਾਮ ਦੇ ਉੱਤੇ ਆਉਂਦੀਆਂ ਰਹੀਆਂ ਨੇ। ਇਸ ਸਭ ਦੇ ਵਿਚਾਲੇ ਮਨਕੀਰਤ ਔਲਖ ਕਿਉਂਕਿ ਇਹ ਪੂਰੇ ਕੇਸ ਦੇ ਤਾਰ ਜਾ ਕੇ ਜੁੜਦੇ ਨੇ ਜਿਹੜੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ। ਪੂਰੇ ਕੇਸ ਦੇ ਤਾਰ ਜੁੜਦੇ ਨੇ ਵਿੱਕੀ ਮਿੱਡੂ ਖੇੜਾ ਦੇ ਨਾਲ। ਮਨਕੀਰਤ ਔਲਖ ਦਾ ਬਹੁਤ ਕਰੀਬੀ ਵਿੱਕੀ ਮਿੱਡੂ ਖੇੜਾ ਕਿਸੇ ਸਮੇਂ ਦੇ ਵਿੱਚ ਰਿਹਾ ਸੀ। ਇਸ ਸਭ ਦੇ ਵਿਚਾਲੇ ਇਸ ਪੂਰੇ ਮਾਮਲੇ ਨਾਲ ਜੁੜੀ ਵੱਡੀ ਖਬਰ ਕੁਝ ਹੀ ਪਲਾਂ ਦੇ ਵਿੱਚ ਤੁਹਾਨੂੰ ਦੇਣ ਜਾ ਰਹੇ ਹਾਂ। ਮਨਕੀਰਤ ਔਲਖ ਦੀ ਰੇਕੀ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਤੁਹਾਨੂੰ ਦੇਣ ਜਾ ਰਹੇ ਹਾਂ। ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਾਲ ਜੁੜੀ ਹੋਈ ਮਨਕੀਰਤ ਔਲਖ ਦੇ ਨਾਲ ਜੁੜੀ ਇੱਕ ਵੱਡੀ ਖਬਰ। ਮਾਮਲੇ ਦੀ ਜਾਂਚ ਦੇ ਵਿੱਚ ਮੋਹਾਲੀ ਪੁਲਿਸ ਵੀ ਜੁਟ ਗਈ ਹੈ
ਔਰ ਲਾਜ਼ਮੀ ਤੌਰ ਤੇ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਮੋਹਾਲੀ ਪੁਲਿਸ ਦੇ ਕੋਲ ਤਾਂ ਪੂਰਾ ਕੇਸ ਜਾਏਗਾ, ਜਿੱਥੇ ਵੀ ਇਹ ਹੋਏਗਾ ਕਿ ਸੀਨੀਅਰ ਪੁਲਿਸ ਆਫੀਸਰਸ ਨੂੰ ਇਸ ਮਾਮਲੇ ਦੇ ਵਿੱਚ ਜਾਂਚ ਦੇ ਲਈ ਕਿਹਾ ਗਿਆ, ਜ਼ਿੰਮੇਵਾਰੀ ਸੌਂਪੀ ਗਈ ਹੈ। ਔਰ ਆਸ-ਪਾਸ ਦੇ ਸੀਸੀਟੀਵੀ ਫੁਟੇਜ ਹੁਣ ਖੰਗਾਲ ਰਹੀ ਹੈ। ਜਿਸ ਸੁਸਾਇਟੀ ਤੱਕ ਪਹੁੰਚੇ ਉਸ ਤੋਂ ਪਹਿਲਾਂ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਸ਼ਹਿਰ ਦੇ ਵਿੱਚ ਜਾਂ ਹੋਰ ਕਿਸੇ ਦੇ ਘਰਾਂ ਦੇ ਬਾਹਰ ਜਾਂ ਕਿਸੇ ਹੋਰ ਸੰਸਥਾ ਦੇ ਅਦਾਰੇ ਦੇ ਵੱਲੋਂ ਲਗਾਏ ਗਏ ਨੇ, ਉਹਨਾਂ ਦੀ ਇਸ ਸਮੇਂ ਜ਼ਰੂਰ ਖੰਗਾਲਣ ਦੀ ਕੋਸ਼ਿਸ਼ ਕਰੇਗੀ ਪੁਲਿਸ। ਔਰ ਉਸ ਤੋਂ ਬਾਅਦ ਸਾਫ਼ ਹੋਏਗਾ ਕਿ ਆਖਿਰ ਇਹ ਕਿੱਥੋਂ ਰੇਕੀ ਕਰ ਰਹੇ ਸੀ ਜਾਂ ਕਿੱਥੋਂ ਪਿੱਛਾ ਕਰ ਰਹੇ ਸੀ, ਔਰ ਕੀ ਸਿਰਫ ਇੱਕ ਵਾਰ ਆਏ ਨੇ ਜਾਂ ਫਿਰ ਇਹ ਬਾਈਕ ਸਵਾਰ ਜਾਂ ਇਹਨਾਂ ਵਰਗੇ ਕੋਈ ਹੋਰ ਲੋਕ ਇਸ ਸੁਸਾਇਟੀ ਦੇ ਆਲੇ ਦੁਆਲੇ ਪਹਿਲਾਂ ਵੀ ਘੁੰਮਦੇ ਨਜ਼ਰ ਆਏ ਨੇ, ਜਾਂ ਮਨਕੀਰਤ ਹੋਰ ਜਿੱਥੇ ਵੀ ਗਏ ਉੱਥੇ ਉਹਨਾਂ ਦਾ ਕੋਈ ਪਿੱਛਾ ਕੀਤਾ ਜਾ ਰਿਹਾ ਸੀ। ਤਾਂ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੀ ਪੁਲਿਸ ਹੁਣ ਜਾਂਚ ਕਰਨ ਦੀ ਕੋਸ਼ਿਸ਼ ਕਰੇਗੀ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਮਨੋਜ ਰਾਠੀ ਸਾਡੇ ਨਾਲ ਜੁੜ ਰਹੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? देखो गौरव, बिल्कुल जिदा तुसी भी जिक्र किया ते ਜਿਹੜੇ ਸੀਨੀਅਰ ਆਫੀਸਰ ਨੇ ਐਸਐਸਪੀ ਨੇ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਸੀਨੀਅਰ ਅਫਸਰ ਦੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹੈ ਔਰ ਜੋ ਵੀ ਚੀਜ਼ਾਂ ਹੋਣਗੀਆਂ, ਕਿਉਂਕਿ ਜਿਹੜੀ ਵੀ ਸੀਸੀਟੀਵੀ ਆਈ ਔਰ ਜਿਹੜੀ ਕੰਪਲੇਂਟ ਜਿਹੜੀ ਦਿੱਤੀ ਗਈ ਹੈ ਮਨਕੀਰਤ ਔਲਖ ਦੇ ਸਟਾਫ ਵੱਲੋਂ, ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਰੈਕੀ ਜਿਹੜੀ ਦੋ ਬਾਈਕ ਸਵਾਰ ਜਿਹੜੇ ਹੈਗੇ, ਬਾਈਕ ਸਵਾਰ ਤੇ ਦੋ ਮੁੰਡੇ ਸੀਗੇ ਤੇ ਲਗਾਤਾਰ ਉਹ ਪਿੱਛਾ ਕਰਦੇ ਆ ਰਹੇ ਸੀਗੇ। ਹਾਲਾਂਕਿ ਮਨਕੀਰਤ ਦੀ ਗੱਡੀ ਤੇ ਇੱਕ ਹੋਰ ਗੱਡੀ ਨਾਲ ਸੀ ਕਿ ਦੋ ਗੱਡੀਆਂ ਅੱਜ ਮਨਕੀਰਤ ਤੇ ਉਹਦੇ ਜਿਹੜੇ ਸਿਕਿਉਰਿਟੀ ਜਾਂ ਫਿਰ ਹੋਰ ਜਿਹੜੇ ਉਹਦੇ ਸਾਥੀ ਹੈ ਜਿਹੜੇ ਨਾਲ ਰਹਿੰਦੇ ਉਹ ਸੀਗੇ ਤੇ ਇਹਨਾਂ ਦੇ ਮੁਤਾਬਿਕ ਜਿਹੜਾ ਪੁਲਿਸ ਨੂੰ ਦੱਸਿਆ ਕਿ ਕਾਫੀ ਦੇਰ ਤੋਂ ਇਹ ਜਿਹੜੇ ਬਾਈਕ ਸਵਾਰ ਨੇ ਇਹ ਉਹਨਾਂ ਦਾ ਪਿੱਛਾ ਕਰ ਰਿਹਾ ਸੀਗਾ। ਜਦੋਂ ਹੀ ਉਹ ਹੋਮਲੈਂਡ ਜਿਹੜਾ 70 ਸੈਕਟਰ ਜਿੱਥੇ ਮਨਕੀਰਤ ਔਲਖ ਰਹਿੰਦਾ ਉਹਦੇ ਅੰਦਰ ਬੜਿਆ ਗੇਟ ਦੇ ਉਹ ਬਾਈਕ ਸਵਾਰ ਪਿੱਛੇ ਆਏ ਹੈ। ਹਾਲਾਂਕਿ ਜਿੱਦਾਂ ਹੀ ਇਹ ਪੁਲਿਸ ਵਾਲੇ ਉਤਰ ਕੇ ਜਿਹੜੇ ਸਿਕਿਉਰਿਟੀ ਗਾਰਡ ਮਨਕੀਰਤ ਔਲਖ ਨੂੰ ਮਿਲਿਆ ਉਹਨਾਂ ਦੇ ਨਾਲ ਭੱਜੇ, ਉਹਨਾਂ ਦੇ ਕੋਲ ਪਿੱਛੇ ਭੱਜੇ ਤਾਂ ਉਹ ਬਾਈਕ ਲੈ ਕੇ ਉੱਥੋਂ ਫਰਾਰ ਹੋ ਗਏ। ਤਾਂ ਕਿਤੇ ਨਾ ਕਿਤੇ ਸ਼ੱਕ ਕਈ ਤਰ੍ਹਾਂ ਦੇ ਨੇ। ਹੁਣ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਇਹ ਹੈ ਕਿ ਜਿਹੜੇ ਬਾਈਕ ਸਵਾਰ ਨੇ ਉਹ ਨੇੜੇ ਤੇੜੇ ਜਿੱਥੇ ਵੀ ਹੋਮਲੈਂਡ ਦੇ ਨੇੜੇ ਤੇੜੇ ਜਿੰਨੇ ਵੀ ਸੀਸੀਟੀਵੀ ਹੈ, ਜਿੱਥੇ ਵੀ ਰੈਸੀਡੈਂਸ ਏਰੀਆ ਹੈ, ਉਹ ਸਾਰੇ ਹੁਣ ਖੰਗਾਲਣਾ ਸ਼ੁਰੂ ਕਰ ਦਿੱਤੇ ਗਏ। ਕਿਤੋਂ ਬਾਈਕ ਦਾ ਜਿਹੜਾ ਹੈਗਾ ਉਹ ਨੰਬਰ ਆ ਜਾਏ ਜਾਂ ਕਿਸੇ ਤਰ੍ਹਾਂ ਦੇ ਕੋਈ ਬਾਈਕ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਕਲੂ ਮਿਲ ਜਾਏ, ਕਿਉਂਕਿ ਸਾਰੀ ਚੀਜ਼ਾਂ ਜਿਹੜੀ ਹੈ ਵੇਖੀ ਜਾ ਰਹੀ ਹੈ ਕਿ ਜਿਹੜੇ ਵਿਦਆਊਟ ਹੈਲਮਟ ਸੀਗੇ ਉਹ ਮੁੰਡੇ ਇਹ ਕੌਣ ਸੀਗੇ, ਆਖਿਰ ਤੇ ਰੈਕੀ ਜਿਹੜੀ ਹੈ ਕਿੰਨੇ ਦਿਨਾਂ ਤੋਂ ਚੱਲ ਰਹੀ ਸੀ, ਕੋਈ ਫੈਨ ਫੋਲੋਅਰ ਤਾਂ ਨਹੀਂ। ਇਹ ਵੀ ਹੁਣ ਪੁਲਿਸ ਜਿਹੜੀ ਹੈ ਸਾਰੀ ਚੀਜ਼ਾਂ ਨੂੰ ਵੇਖ ਕੇ ਇਹ ਪੂਰਾ ਇਨਵੈਸਟੀਗੇਸ਼ਨ ਕਰ ਰਹੀ। ਹਾਲਾਂਕਿ ਮੈਟਰ ਸੀਰੀਅਸ ਹੈਗਾ, ਥ੍ਰੈਟ ਜਿਹੜੀ ਹੈ ਮਨਕੀਰਤ ਔਲਖ ਨੂੰ ਜ਼ਰੂਰ ਹੈਗੀ ਹੈ, ਕਿਉਂਕਿ ਪਿਛਲੇ ਦਿਨਾਂ ਵੀ ਇਹ ਗੱਲ ਸਾਹਮਣੇ ਆਈ ਸੀ, ਇਹ ਕੰਪਲੇਂਟ ਵੀ ਜਿਹੜੀ ਹੈਗੀ ਦਿੱਤੀ ਗਈ ਸੀ, ਸਿਕਿਉਰਿਟੀ ਵੀ ਮਨਕੀਰਤ ਔਲਖ ਨੂੰ ਮਿਲੀ ਸੀ। ਤੇ ਹੁਣ ਇਹ ਬਹੁਤ ਅਹਿਮ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਬਾਈਕ ਸਵਾਰ ਜਿਹੜੇ ਰੈਕੀ ਕਰਦੇ ਉਹਦੇ ਬਿਲਕੁਲ ਪਿੱਛੇ, ਔਰ ਕਾਫੀ ਇਹ ਵੀ ਗੱਲ ਸਾਹਮਣੇ ਆਈ ਗੌਰਵ ਕਿ ਕਾਫੀ ਦੇਰ ਤੋਂ ਇਹ ਬਾਈਕ ਸਵਾਰ ਇਹਨਾਂ ਦੀ ਗੱਡੀਆਂ ਦੇ ਪਿੱਛੇ ਲੱਗੇ ਹੋਏ ਸੀਗੇ। ਤਾਂ ਕਿਤੇ ਨਾ ਕਿਤੇ ਸਵਾਲ ਵੀ ਖੜਾ ਹੁੰਦਾ ਹੈ, ਸ਼ੱਕ ਵੀ ਜ਼ਿਆਦਾ ਹੁੰਦਾ ਹੈ ਕਿ ਆਖਿਰ ਇਹ ਕਿੰਨੇ ਦੇਰ ਤੋਂ ਇਹ ਪਿੱਛਾ ਕਰ ਰਹੇ ਸੀਗੇ। ਉਸ ਤੋਂ ਬਾਅਦ ਜਿੱਦਾਂ ਹੀ ਗੱਡੀਆਂ ਅੰਦਰ ਵੜੀ ਹੋਮਲੈਂਡ ਦੇ ਅੰਦਰ, ਉਸ ਤੋਂ ਬਾਅਦ ਇਹ ਉੱਥੇ ਆ ਕੇ ਖੜੇ ਹੋਏ, ਜਿੱਦਾਂ ਹੀ ਪੁਲਿਸ ਵਾਲੇ ਭੱਜੇ ਇਹ ਬਾਈਕ ਯੂ ਟਰਨ ਲੈ ਕੇ ਉੱਥੋਂ ਫਰਾਰ ਹੋ ਗਏ। ਯਾਨੀ ਕਿ ਪੂਰੇ ਜਿਹੜੇ ਸੀਸੀਟੀਵੀ ਹੈ ਨੇੜੇ ਤੇੜੇ ਦੇ ਜਿਹੜੇ ਵੀ ਰੈਸੀਡੈਂਸ ਏਰੀਆ ਜਿੱਥੋਂ ਆਏ ਹੈ, ਜਿੱਧਰੋਂ ਭੱਜੇ ਵਾਪਸ ਮੁੜ ਕੇ ਉੱਥੇ ਦੀ ਜਿਹੜੀ ਸੀਸੀਟੀਵੀ ਫੁਟੇਜ ਹੈ ਉਹ ਹੁਣ ਪੁਲਿਸ ਜਿਹੜੀ ਹੈ ਇਨਵੈਸਟੀਗੇਟ ਕਰ ਰਹੀ ਹੈ। ਹਾਲਾਂਕਿ ਅਜੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ, ਇਨਵੈਸਟੀਗੇਸ਼ਨ ਕੀਤੀ ਜਾ ਰਹੀ। ਇਨਵੈਸਟੀਗੇਸ਼ਨ ਤੋਂ ਬਾਅਦ ਜੇਕਰ ਕੋਈ ਪੁਲਿਸ ਨੂੰ ਲੱਗਦਾ ਹੈ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ, ਫਿਲਹਾਲ ਮਾਮਲਾ ਨਹੀਂ ਦਰਜ ਹੋਇਆ। ਪੁਲਿਸ ਆਪਣੇ ਲੈਵਲ ਤੇ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ। ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਿਹੜੀ ਵੀ ਚੀਜ਼ਾਂ ਸਾਹਮਣੇ ਆਣਗੀਆਂ, ਜਿਹੜੇ ਵੀ ਕਲੂਜ਼ ਜਿਹੜੇ ਆ ਪੁਲਿਸ ਨੂੰ ਮਿਲੇਗੀ ਜਾਂ ਫਿਰ ਪੁਲਿਸ ਨੂੰ ਜੇਕਰ ਕੋਈ ਸ਼ੱਕ ਹੁੰਦਾ ਤਾਂ ਡੰਪ ਡਾਟਾ ਜਿਹੜਾ ਹੈਗਾ ਉਸ ਟਾਈਮ ਦਾ ਉਹ ਵੀ ਕਢਾਇਆ ਜਾਏਗਾ। ਇਹ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਇੱਕ ਪੁਆਇੰਟ ਤੇ ਮੋਹਾਲੀ ਪੁਲਿਸ ਹੁਣ ਕੰਮ ਕਰ ਰਹੀ ਹੈ। ਜੀ ਠੀਕ ਹੈ, ਤਾਂ ਇਹ ਪੂਰੀ ਇਸ ਸਮੇਂ ਪੁਲਿਸ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਲਾਜ਼ਮੀ ਤੌਰ ਤੇ ਹੋਏਗੀ, ਕਿਉਂਕਿ ਜਾਂਚ ਹੁਣ ਕਿਸ ਤਰੀਕੇ ਨਾਲ ਅੱਗੇ ਵਧਦੀ ਹੈ ਉਸ ਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਨੇ। ਮਨਕੀਰਤ ਔਲਖ ਇੱਕ ਪੰਜਾਬ ਦੀ ਇੰਡਸਟਰੀ ਦਾ ਵੱਡਾ ਨਾਮ ਹੈ, ਔਰ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਨੂੰ ਗਵਾਇਆ ਪੰਜਾਬੀ ਇੰਡਸਟਰੀ ਨੇ ਜਾਂ ਪੰਜਾਬ ਦੇ ਲੋਕਾਂ ਨੇ, ਉਹਨਾਂ ਦੇ ਫੈਨਸ ਨੇ, ਉਸ ਤੋਂ ਬਾਅਦ ਹਰ ਕਿਸ ਦੇ ਜ਼ਿਹਨ ਦੇ ਵਿੱਚ ਹੈ ਕਿ ਜਿਹੜੇ ਵੱਡੇ ਕਲਾਕਾਰ ਨੇ, ਜੇਕਰ ਇਹਨਾਂ ਦੇ ਪਿੱਛੇ ਕੋਈ ਹੈ ਜਾਂ ਗੈਂਗਸ ਜਿਹੜੀਆਂ ਐਕਟਿਵ ਨੇ, ਉਹ ਚਾਹੇ ਬੰਬੀਹਾ ਗੈਂਗ ਹੋਵੇ, ਚਾਹੇ ਉਹ ਲਾਰੈਂਸ ਬਿਸ਼ਨੋਈ ਦੀ ਹੋਵੇ, ਗੋਲਡੀ ਬਰਾੜ ਵਾਲੀ ਹੋਵੇ, ਕੋਈ ਵੀ ਹੋਵੇ, ਤਾਂ ਉਹਨਾਂ ਤੋਂ ਕਿਸ ਤਰੀਕੇ ਨਾਲ ਇਹਨਾਂ ਦੀ ਸੁਰੱਖਿਆ ਕੀਤੀ ਜਾਵੇ, ਤਾਂ ਕਿ ਕਿਸੇ ਗੈਂਗ ਦੇ ਨਾਲ ਸੰਬੰਧ ਰੱਖਦੇ ਨੇ, ਇਹ ਵੀ ਇੱਕ ਵੱਡਾ ਸਵਾਲ ਹੈ। ਤਾਂ ਬਹੁਤ ਸਾਰੇ ਸਵਾਲਾਂ ਦੇ ਵਿਚਾਲੇ ਇਸ ਸਮੇਂ ਜੋ ਜਾਣਕਾਰੀ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਮਨਕੀਰਤ ਔਲਖ ਦੀ ਗੱਡੀ ਜਿਹੜੀ ਅੰਦਰ ਐਂਟਰ ਕਰਦੀ ਹੈ ਸੁਸਾਇਟੀ ਦੇ ਵਿੱਚ ਤੇ ਉਸ ਤੋਂ ਬਾਅਦ 3 ਬਾਈਕ ਸਵਾਰ ਉਸ ਦੇ ਪਿੱਛੇ ਨਜ਼ਰ ਆ ਰਹੇ ਨੇ। ਮੈਂ ਇੱਕ ਵਾਰ ਫਿਰ ਤੋਂ ਮਨੋਜ ਦਾ ਰੁਖ ਕਰਦਾ। ਮਨੋਜ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਉਮੀਦ ਕਰਦਾ। ਤਾਂ ਦੁਬਾਰਾ ਅਸੀਂ ਮਨੋਜ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਹੋਰ ਡਿਟੇਲ ਲੈਣ ਦੀ ਕੋਸ਼ਿਸ਼ ਕਰਾਂਗੇ। ਵੱਡੀ ਖਬਰ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕਾਂ ਦੇ ਲਈ ਔਰ ਖਾਸ ਤੌਰ ਤੇ ਮਨਕੀਰਤ ਔਲਖ ਦੇ ਫੈਨਸ ਦੇ ਲਈ। ਮਨਕੀਰਤ ਔਲਖ ਦੀ ਰੇਕੀ ਕੀਤੀ ਗਈ ਹੈ ਜਾਂ ਫਿਰ ਟਾਰਗੇਟ ਕਰਨ ਦੀ ਕੋਸ਼ਿਸ਼ ਸੀ, ਕਿਉਂਕਿ ਸਿੱਧੂ ਮੂਸੇਵਾਲਾ ਨੂੰ ਜਦੋਂ ਟਾਰਗੇਟ ਕੀਤਾ ਗਿਆ ਤਾਂ ਉਹ ਪੂਰਾ ਮੋਡਿਊਲ ਇੱਕ ਕਰੋਲਾ ਦਾ ਸੀ ਤੇ ਇੱਕ ਬੁਲੈਰੋ ਗੱਡੀ, ਇਹ ਦੋ ਗੱਡੀਆਂ 'ਚ ਸਵਾਰ ਹੋ ਕੇ ਉਹ ਜਿਹੜੇ ਸ਼ੂਟਰ ਉੱਥੇ ਪਹੁੰਚੇ ਸੀ।
ਹਾਲਾਂਕਿ ਆਪਾਂ ਬਹੁਤ ਅੱਗੇ ਦੀ ਗੱਲ ਜ਼ਰੂਰ ਸੋਚ ਰਹੇ ਹਾਂ, ਪਰ ਜਦੋਂ ਅਜਿਹਾ ਕੋਈ ਘਟਨਾਕ੍ਰਮ ਵਾਪਰ ਚੁੱਕਿਆ ਹੁੰਦਾ, ਆਪਾਂ ਬਹੁਤ ਨੇੜੇ ਤੋਂ ਦੇਖ ਚੁੱਕੇ ਹੁੰਦੇ ਹਾਂ ਸਾਰੇ, ਉਹ ਜ਼ਿਹਨ ਦੇ ਵਿੱਚ ਹੁੰਦਾ। ਇਸ ਕਰਕੇ ਖਦਸ਼ੇ ਇਹ ਜ਼ਰੂਰ ਜ਼ਿਹਨ ਦੇ ਵਿੱਚ ਵਿੜਦੇ ਨੇ। ਤਾਂ ਮਨੋਜ ਸਾਡੇ ਸਹਿਯੋਗੀ ਲਗਾਤਾਰ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ, ਉਹਨਾਂ ਤੋਂ ਹੋਰ ਗੱਲਬਾਤ ਦੀ ਕੋਸ਼ਿਸ਼ ਕਰਾਂਗੇ। ਮਨਕੀਰਤ, ਮਨੋਜ, ਇਹ ਸਾਫ਼ ਹੋ ਸਕਿਆ ਕਿ ਮਨਕੀਰਤ ਦੇ ਪਿੱਛੇ ਇਹ 3 ਬਾਈਕ ਸਵਾਰ ਜਾਂ ਕੋਈ ਵੀ ਬਾਈਕ ਇਹ ਪਹਿਲੀ ਵਾਰ ਆਈ ਜਿਹੜੇ ਉਹਨਾਂ ਦੇ ਗਨਮੈਨ ਜਾਂ ਫਿਰ ਉਹਨਾਂ ਦੇ ਸਾਥੀਆਂ ਨੇ ਦੇਖਿਆ, ਜਾਂ ਇਸ ਤੋਂ ਪਹਿਲਾਂ ਵੀ ਅਜਿਹੀ ਕੋਈ ਘਟਨਾ ਮੋਹਾਲੀ ਜਾਂ ਫਿਰ ਕਿਸੇ ਹੋਰ ਥਾਂ ਦੇ ਉੱਤੇ ਕਿਤੇ ਕੋਈ ਪ੍ਰੋਗਰਾਮ ਲਗਾਉਣ ਗਏ ਹੋਣ ਮਨਕੀਰਤ, ਉਸ ਸਮੇਂ ਉੱਥੇ ਦੇਖਿਆ ਹੋਵੇ ਜਾਂ ਪੁਲਿਸ ਦੇ ਕੋਲ ਅਜਿਹੀ ਕੋਈ ਪਹਿਲਾਂ ਹੀ ਸ਼ਿਕਾਇਤ ਪਹੁੰਚੀ ਹੋਵੇ? ਦੇਖੋ ਗੌਰਵ, ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਪੁਲਿਸ ਅਫਸਰਾਂ ਤੋਂ, ਇਹ ਪਹਿਲੀ ਵਾਰੀ ਹੋਇਆ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਸ਼ਿਕਾਇਤ ਹੈ ਉਹ ਸਾਹਮਣੇ ਆਈ ਹੈ ਕਿ ਮਨਕੀਰਤ ਔਲਖ ਦੇ ਪਿੱਛੇ ਕੋਈ ਬਾਈਕ ਸਵਾਰ ਉਹਦੀ ਰੈਕੀ ਕਰਦੇ ਨਜ਼ਰ ਆ ਰਹੇ ਹਨ, ਕੰਟੀਨਿਊ ਉਹਨੂੰ ਫੋਲੋ ਕਰਦੇ ਹੈ, ਉਹਨਾਂ ਦੀ ਗੱਡੀਆਂ ਨੂੰ ਫੋਲੋ ਕਰਦੇ। ਹਾਲਾਂਕਿ ਜਦ ਵੀ ਮਨਕੀਰਤ ਔਲਖ ਹੁੰਦੇ ਹੈ ਤਾਂ ਉਹਨਾਂ ਦੇ ਨਾਲ 2-3 ਗੱਡੀਆਂ ਜ਼ਰੂਰ ਹੁੰਦੀਆਂ, ਉਹਨਾਂ ਦੀ ਸਿਕਿਉਰਿਟੀ ਦੇ ਨਾਲ ਉਹਨਾਂ ਦੇ ਜਿਹੜੇ ਸਾਥੀ, ਉਹਨਾਂ ਦੇ ਜਿਹੜੇ ਟੀਮ ਮੈਂਬਰ ਹੈ ਉਹ ਜ਼ਰੂਰ ਹੁੰਦੇ ਹੈ, ਗੱਡੀਆਂ ਵੀ ਜਿਹੜੀ ਹੈਗੀ ਹੈ। ਹਾਲਾਂਕਿ ਹੁਣ ਇਹ ਜਿਹੜਾ ਮਾਮਲਾ ਆਇਆ ਹੈ, ਇਹ ਜਿਹੜੀ CCTV ਆਈ ਹੈ ਜਾਂ ਫਿਰ ਇਸ ਤਰ੍ਹਾਂ ਦੀ ਜਿਹੜੀ ਕੰਪਲੇਂਟ ਦਿੱਤੀ ਹੈ, ਆਪਣੇ ਆਪ 'ਚ ਇਹ ਮੋਹਾਲੀ 'ਚ ਪਹਿਲੀ ਕੰਪਲੇਂਟ ਹੈਗੀ ਜਿਹਦੇ ਵਿੱਚ ਹੁਣ ਪੁਲਿਸ ਇਹਦੇ ਵਿੱਚ ਕੰਮ ਕਰ ਰਹੀ ਹੈ। ਇਹਦੇ ਵਿੱਚ 2-3 ਪੁਆਇੰਟਸ ਨੇ ਗੌਰਵ, ਕਿਉਂਕਿ ਉਹ ਜਿਹੜਾ ਰੋਡ ਹੈ, 에ਅਰਪੋਰਟ ਰੋਡ ਹੈ, ਜੇ ਆਪਾਂ ਥੋੜਾ ਜਿਹਾ ਉਹਦੇ ਕਰੀਏ, ਕਿਉਂਕਿ ਬਿਲਕੁਲ ਰੋਡ ਤੇ ਹੀ ਉਹਨਾਂ ਦੀ ਸੁਸਾਇਟੀ ਹੈ, ਔਰ ਜਦ ਉਹ 에ਅਰਪੋਰਟ ਯਾਨੀ ਕਿ TDI ਸਿਟੀ ਤੋਂ ਉੱਥੋਂ ਆਏ ਹੈ, ਉੱਥੋਂ ਆ ਕੇ ਉਹ ਪਿੱਛੇ ਤੋਂ ਯਾਨੀ ਕਿ ਜਿਹੜੀ ਹੁਣ ਤੱਕ ਦੇ ਸਾਹਮਣੇ ਆਈ ਹੈ ਚੀਜ਼ ਕਿ ਕਾਫੀ ਪਹਿਲਾਂ ਤੋਂ ਹੀ ਉਹ ਬਾਈਕ ਸਵਾਰ ਲਗਾਤਾਰ ਉਹਨਾਂ ਦੇ ਪਿੱਛੇ ਫੋਲੋ ਉਹਨਾਂ ਨੂੰ ਕਰ ਰਹੇ ਸੀਗੇ। ਇਹ ਗੱਲ ਜਿਹੜੀ ਹੈਗੀ ਹੈ ਉਹਨਾਂ ਦੇ ਜਿਹੜੇ ਸਿਕਿਉਰਿਟੀ ਮੈਨ ਸੀਗੇ ਜਾਂ ਫਿਰ ਉਹਨਾਂ ਦੇ ਨਾਲ ਚੱਲਦੇ ਆ, ਉਹਨਾਂ ਨੇ ਵੇਖੀ ਹੈ। ਹਾਲਾਂਕਿ ਜਿੱਦਾਂ ਹੀ ਉਹ ਅੰਦਰ ਬੜੇ ਹੈ, ਉਹਨਾਂ ਦੇ ਪਿੱਛੇ ਉਹ ਸੁਸਾਇਟੀ ਦੇ ਸਾਈਡ ਆਏ ਹੈ, ਲੇਕਿਨ ਜਦ ਹੀ ਇਹ ਪੁਲਿਸ ਵਾਲੇ ਉਹਨਾਂ ਦੇ ਪਿੱਛੇ ਭੱਜੇ ਗੱਡੀ ਖੱਟੀ ਕਰਕੇ, ਤਾਂ ਉਹ ਸਿੱਧਾ ਯੂ ਟਰਨ ਲੈ ਕੇ ਉਹ ਮੁੰਡੇ ਜਿਹੜੇ ਹੈਗੇ ਉਹ ਉੱਥੋਂ ਫਰਾਰ ਹੋ ਗਏ। ਹਾਲਾਂਕਿ ਪਹਿਲੀ ਵਾਰੀ ਇਸ ਤਰ੍ਹਾਂ ਦਾ ਹੋਇਆ ਕਿ ਰੈਕੀ ਦਾ ਮਾਮਲਾ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਮੁੰਡੇ ਬਾਈਕ ਸਵਾਰ ਜਿਹੜੇ ਹੈਗੇ, 2 ਮੁੰਡੇ ਜਿਹੜੇ ਬਾਈਕ ਸਵਾਰ ਹੈ ਉਹ ਫੋਲੋ ਕਰ ਰਹੇ ਸੀਗੇ। ਹਾਲਾਂਕਿ ਪੁਲਿਸ ਤੇ ਸੀਨੀਅਰ ਅਫਸਰ ਇਹ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਇੱਕ ਪੁਆਇੰਟ ਤੇ ਇਹਦੇ ਵਿੱਚ ਕੰਮ ਹੋ ਰਿਹਾ, ਇੱਕ ਪੁਆਇੰਟ ਤੇ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਔਰ ਇਹ ਜਾਨਣਾ ਬਹੁਤ ਅਹਿਮ ਹੋ ਜਾਂਦਾ ਹੈ ਗੌਰਵ ਕਿ ਆਖਿਰ ਉਹ ਜਿਹੜੇ ਬਾਈਕ ਸਵਾਰ ਸੀਗੇ ਉਹ ਕੌਣ ਸੀ ਤੇ ਉਹਨਾਂ ਦਾ ਮਕਸਦ ਕੀ ਸੀ। ਉਹ ਰੈਕੀ ਕਰਨ ਆਏ ਸੀਗੇ, ਕਿੰਨੇ ਦਿਨਾਂ ਤੋਂ ਫੋਲੋ ਕਰ ਰਹੇ ਸੀਗੇ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਮਨਕੀਰਤ ਔਲਖ ਦੀ ਗੱਡੀ ਹੈ, ਉਹਨਾਂ ਨੂੰ ਪਤਾ ਸੀਗਾ ਕਿ ਇਹ ਜਿਹੜੀ 2 ਗੱਡੀਆਂ ਚੱਲ ਰਹੀਆਂ, 3 ਗੱਡੀਆਂ ਚੱਲ ਰਹੀਆਂ, ਇਹਦੇ ਵਿੱਚ ਮਨਕੀਰਤ ਔਲਖ ਹੈਗਾ, ਯਾਨੀ ਕਿ ਉਹ ਕਿੱਥੋਂ ਆ ਰਿਹਾ ਸੀਗਾ, ਕਿੱਥੇ ਉਹਨੇ ਜਾਣਾ ਸੀਗਾ, ਸੁਸਾਇਟੀ ਕਿਹੜੀ ਹੈ, ਯਾਨੀ ਕਿ ਉਹ ਸਾਰੀ ਚੀਜ਼ਾਂ ਜਾਣਦੇ ਸੀ। ਕਿਉਂਕਿ ਜਿੱਦਾਂ ਹੀ ਗੱਡੀ ਬੜੀ ਅੰਦਰ ਸਲਿਪ ਰੋਡ ਤੇ, ਉਹਨਾਂ ਨੇ ਵੀ ਗੱਡੀ ਜਿਹੜੀ ਹੈਗੀ ਉਹ ਸਲਿਪ ਰੋਡ ਤੇ ਲੈ ਕੇ ਉੱਥੇ ਜਿਹੜੀ ਹੈ ਬਾਈਕ ਰੋਕੀ ਹੈ। ਤੁਸੀਂ CCTV ਵੇਖੋ ਧਿਆਨ ਨਾਲ ਕਿ ਯਾਨੀ ਕਿ ਉਹਦਾ ਬਿਲਕੁਲ ਉਹਨਾਂ ਦੀ ਜਿਹੜੀ ਹਰਕਤਾਂ ਤੋਂ ਪਤਾ ਲੱਗ ਰਿਹਾ ਹੈ ਕਿ ਉਹਨਾਂ ਨੂੰ ਪਤਾ ਸੀਗਾ ਕਿ ਜੇਕਰ ਅੰਦਰ ਗੱਡੀ ਗਈ ਹੈ, ਇੱਕ ਸੁਸਾਇਟੀ 'ਚ ਗਈ ਹੈ, ਤਾਂ ਅਸੀਂ ਉੱਥੇ ਜਾ ਕੇ ਖੜ ਕੇ ਉੱਥੇ ਦੇਖਣਾ ਹੈ। ਲੇਕਿਨ ਜਦ ਪੁਲਿਸ ਵਾਲੇ ਉਹਨਾਂ ਦੇ ਪਿੱਛੇ ਭੱਜਦੇ ਆ ਤਾਂ ਉਹ ਫਟਾਫਟ ਉੱਥੋਂ ਬਾਈਕ ਲੈ ਕੇ ਫਰਾਰ ਹੋ ਜਾਂਦੇ ਨੇ। ਯਾਨੀ ਕਿ ਕਹਿ ਸਕਦੇ ਆ ਕਿ ਜਿਹੜੇ ਵੀ ਉਹ ਮੁੰਡੇ ਸੀਗੇ, ਜਿਹੜੇ ਵੀ ਉਹ ਬਾਈਕ ਸਵਾਰ ਸੀਗੇ, ਜਿਹੜੇ ਵੀ ਉਹ ਰੈਕੀ ਕਰ ਰਹੇ ਸੀ, ਨਹੀਂ ਕਰ ਰਹੇ ਸੀ, ਇਹ ਤਾਂ ਇਨਵੈਸਟੀਗੇਸ਼ਨ ਦਾ ਪੂਰਾ ਹੁਣ ਪਾਰਟ ਹੈ। ਲੇਕਿਨ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਜਾਣਦੇ ਸੀਗੇ ਕਿ ਮਨਕੀਰਤ ਔਲਖ ਇਸ ਗੱਡੀ 'ਚ ਹੈਗਾ, ਮਨਕੀਰਤ ਔਲਖ ਇਸ ਸੁਸਾਇਟੀ 'ਚ ਰਹਿੰਦਾ, ਮਨਕੀਰਤ ਔਲਖ ਦੇ ਨਾਲ ਸਿਕਿਉਰਿਟੀ ਵੀ ਹੁੰਦੀ ਹੈ। ਇਹ ਬਹੁਤ ਸਾਰੀ ਚੀਜ਼ਾਂ ਨੇ ਹੁਣ ਇਨਵੈਸਟੀਗੇਸ਼ਨ ਦਾ, ਹਾਲਾਂਕਿ ਕਿਉਂਕਿ ਕਾਫੀ ਇਨਵੈਸਟੀਗੇਸ਼ਨ ਦਾ ਪਾਰਟ ਹੈ, ਤਾਂ ਇਸ ਕਰਕੇ ਪੁਲਿਸ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਜਿਹੜਾ ਹੈਗਾ ਉਹ ਨਹੀਂ ਲੈਂਦੀ ਨਜ਼ਰ ਆ ਰਹੀ। ਸੀਨੀਅਰ ਅਫਸਰਾਂ ਦੀ ਯਾਨੀ ਕਿ SPD ਦੀ ਇਹਦੇ ਵਿੱਚ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਦੀ ਡਿਊਟੀ ਲਾਈ ਗਈ ਹੈ, ਔਰ ਸੀਨੀਅਰ ਅਫਸਰ ਦੀ ਅਗਵਾਈ ਵਿੱਚ ਇਸ ਪੂਰੀ ਜਿਹੜੀ ਹੈਗੀ ਹੈ CCTV ਦੇ ਆਧਾਰ ਤੇ ਪੂਰਾ ਇਨਵੈਸਟੀਗੇਸ਼ਨ ਕੀਤਾ ਜਾ ਰਿਹਾ। ਉਹ ਪੂਰਾ ਜਿਹੜਾ ਰੋਡ ਹੈ, 에ਅਰਪੋਰਟ ਦਾ ਰੋਡ, ਜੇ ਆਪਾਂ ਗੱਲ ਕਰੀਏ ਉੱਥੇ ਦਾ ਜਿਹੜਾ ਵੀ ਰੈਸੀਡੈਂਸ ਏਰੀਆ ਜਿੱਥੋਂ ਇਹ ਬਾਈਕ ਸਵਾਰ ਆਏ ਹੈ, ਜਿੱਥੋਂ ਇਹ ਵਾਪਸ ਮੁੜੇ ਹੈ, ਕਿਉਂਕਿ ਇਹ ਸਿੱਧਾ ਨਹੀਂ ਗਏ, ਇਹ ਵਾਪਸ ਮੁੜੇ ਹੈ ਗੇਟ ਤੇ, ਤੁਸੀਂ ਦੇਖੋ ਇਹ ਵਾਪਸ ਮੁੜੇ ਹੈ, ਯੂ ਟਰਨ ਇਹਨਾਂ ਨੇ ਲਿੱਤਾ ਹੈ ਤੇ ਉਸੇ ਪਾਸੇ ਭੱਜੇ ਜਿੱਥੋਂ ਇਹ ਆਏ ਸੀਗੇ, ਜਿੱਥੋਂ ਗੱਡੀਆਂ ਆਈ ਸੀ, ਇਹ ਉਸੇ ਪਾਸੇ ਵਾਪਸ ਭੱਜ ਗਏ। ਹਾਲਾਂਕਿ ਕੋਸ਼ਿਸ਼ ਵੀ ਕੀਤੀ ਉਹਨਾਂ ਦੇ ਪਿੱਛੇ ਜਾਣ ਦੀ ਜਾਂ ਫਿਰ ਫੋਲੋ ਉਹਨਾਂ ਨੂੰ ਫੜਨ ਦੀ, ਲੇਕਿਨ ਉਹ ਫਰਾਰ ਹੋ ਗਏ। ਤਾਂ ਹੁਣ ਇਹ ਸਾਰੀ ਚੀਜ਼ਾਂ ਨੂੰ ਵੇਖਦੇ ਹੋਏ ਪੁਲਿਸ ਇੱਕ ਪੁਆਇੰਟ ਤੇ ਜਿਹੜੀ ਹੈ, ਜਿੰਨੇ ਵੀ CCTV ਲੱਗੇ ਹੋਏ ਨੇ, ਅੱਗੇ ਜਾ ਕੇ ਕਾਫੀ ਰੈਸੀਡੈਂਸ ਏਰੀਆ ਗੁਰਦੁਆਰਾ ਸਾਹਿਬ ਵੀ ਹੈ, ਉੱਥੇ ਦੀ ਵੀ ਹੁਣ CCTV ਜਿਹੜੀ ਹੈ ਉਹ ਚੈੱਕ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ, ਕਿਉਂਕਿ ਪੁਲਿਸ ਦੀ ਇੱਕ ਟੀਮ ਇਹਦੇ ਵਿੱਚ ਲੱਗ ਚੁੱਕੀ ਹੈ, ਪੁਲਿਸ ਦੀ ਇੱਕ ਟੀਮ ਪੂਰੀ ਇਹਦੇ ਵਿੱਚ ਕੰਮ ਕਰ ਰਹੀ ਹੈ। ਤਾਂ ਇਸ ਕਰਕੇ ਹੁਣ ਪੁਲਿਸ ਜਿਹੜੇ ਸੀਨੀਅਰ ਅਫਸਰ ਹੈ ਉਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਇੱਕ ਪੁਆਇੰਟ ਤੇ ਜ਼ਰੂਰ ਇਹਦੇ ਵਿੱਚ ਇਨਵੈਸਟੀਗੇਸ਼ਨ ਹੋ ਰਹੀ ਹੈ, ਔਰ ਜਿਹੜੀ ਵੀ ਚੀਜ਼ਾਂ ਇਹਦੇ ਵਿੱਚ ਨਿਕਲੂਗੀ ਉਸ ਹਿਸਾਬ ਨਾਲ ਜਿਹੜੀ ਹੈ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ। ਗੌਰਵ, ਠੀਕ ਹੈ ਮਨੋਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਮਨਕੀਰਤ ਔਲਖ ਦੀ ਰੇਕੀ ਕੀਤੀ ਗਈ ਹੈ, ਔਰ ਜਿਹੜੀਆਂ CCTV ਤਸਵੀਰਾਂ ਸਾਹਮਣੇ ਆਈਆਂ ਨੇ ਉਹ ਦੱਸਣ ਦੇ ਲਈ ਕਾਫੀ ਨੇ ਕਿ ਮਨਕੀਰਤ ਔਲਖ ਦੇ ਪਿੱਛੇ ਨੌਜਵਾਨ ਲੱਗੇ ਹੋਏ ਸੀ, ਉਸ ਦੇ ਪਿੱਛੇ ਸੁਸਾਇਟੀ ਤੱਕ, ਮਨਕੀਰਤ ਔਲਖ ਦੀ ਸੁਸਾਇਟੀ ਤੱਕ ਪਹੁੰਚ ਜਾਂਦੇ ਨੇ, ਸੁਸਾਇਟੀ ਦੇ ਅੰਦਰ ਐਂਟਰ ਕਰ ਗਈ ਗੱਡੀ ਤੇ ਉਸ ਤੋਂ ਬਾਅਦ ਬਾਈਕ ਉੱਥੇ ਨਜ਼ਰ ਆਉਂਦੀ ਹੈ। ਜਿਹੜੇ ਗਨਮੈਨ ਨਾਲ ਸੀ ਉਹ ਉਤਰਦੇ ਨੇ, ਹੱਥ ਦੇ ਵਿੱਚ ਉਹਨਾਂ ਦੇ ਵੀ ਰਾਈਫਲ ਸੀ, ਤੇ ਜਿਹੜੇ ਬਾਈਕ ਦੇ ਉੱਤੇ ਸਵਾਰ ਨੇ ਉਹ ਸ਼ਾਇਦ ਇਸ ਚੀਜ਼ ਨੂੰ ਸਮਝ ਗਏ ਕਿ ਉੱਥੋਂ ਨਿਕਲਣਾ ਹੀ ਠੀਕ ਹੈ, ਉੱਥੋਂ ਫਿਰ ਯੂ ਟਰਨ ਮਾਰ ਕੇ ਉਹ ਭੱਜ ਜਾਂਦੇ ਨੇ। ਸ਼ਾਇਦ ਦੇਖਣ ਆਏ ਸੀ ਕਿ ਕਿੰਨੇ ਵਜੇ ਪਹੁੰਚਦਾ ਹੈ ਜਾਂ ਫਿਰ ਮਨਕੀਰਤ ਔਲਖ ਦੀ ਗੱਡੀ ਕਿੱਥੇ ਤੱਕ ਜਾਂਦੀ ਹੈ, ਤਾਂ ਅੰਦਰ ਐਂਟਰ ਕਰਦੀ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਰੇਕੀ
ਕੀਤੀ ਗਈ ਹੈ ਔਰ ਇਸ ਸਮੇਂ ਇਹੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ। ਹਾਲਾਂਕਿ ਮੋਹਾਲੀ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਪੂਰਾ ਮਾਮਲਾ ਤੇ ਪੁਲਿਸ ਕਹਿ ਰਹੀ ਹੈ ਕਿ ਜਲਦ ਇਸ ਪੂਰੇ ਮਾਮਲੇ 'ਚ ਜਾਂਚ ਜਾਰੀ ਹੈ ਤੇ ਜਲਦੀ ਤੱਥ ਵੀ ਸਾਹਮਣੇ ਰੱਖਾਂਗੇ।